ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਪ੍ਰੀਵੀਅਸ ਲੈਕਚਰ ਦੇ ਵਿੱਚ ਅਸੀਂ ਐਨੀਮਲ ਕਿੰਗਡਮ ਸਟਾਰਟ ਕੀਤਾ ਔਰ ਅਸੀਂ ਇਹ ਪੜ੍ਹਿਆ ਕਿ ਕਿਸ ਤਰ੍ਹਾਂ ਹਿਊਜ ਡਾਇਵਰਸਿਟੀ ਅਮੰਗ ਐਨੀਮਲਸ ਨੂੰ ਕਿਹੜੇ ਪੈਰਾਮੀਟਰਸ, ਕਿਹੜੇ ਕ੍ਰਾਈਟੀਰੀਆਜ਼ ਦੇ ਬੇਸ ਦੇ ਉੱਤੇ 11 ਫਾਈਲਾਂ ਦੇ ਵਿੱਚ ਕੈਟਾਗਰਾਈਜ਼ਡ ਕੀਤਾ ਗਿਆ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਉਹਨਾਂ 11 ਫਾਈਲਮ ਬਾਰੇ ਔਰ ਹਰ ਇੱਕ ਫਾਈਲਮ ਦੇ ਵਿੱਚ ਪਾਏ ਜਾਣ ਵਾਲੇ ਕੁਝ ਇੰਪੋਰਟੈਂਟ ਐਨੀਮਲਸ ਦੀ ਐਗਜ਼ਾਮਪਲਸ ਦੇ ਨਾਲ ਹਰ ਇੱਕ ਫਾਈਲਮ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਅੱਜ ਦੇ ਲੈਕਚਰ ਦੇ ਵਿੱਚ ਜਿਹੜੇ ਫਾਈਲਾਂ ਅਸੀਂ ਕਵਰ ਕਰਨ ਜਾ ਰਹੇ ਹਾਂ ਉਹ ਹੈ ਫਾਈਲਮ ਪੋਰੀਫੇਰਾ, ਫਾਈਲਮ ਸੀਲੈਂਟਰੇਟਾ ਐਂਡ ਫਾਈਲਮ ਟੈਨੋਫੋਰਾ। So let's start with the phylum Porifera. Members of the phylum Porifera, they are commonly known as sponges. Or as the name indicate, Porifera, sponges the body ਦੇ ਉੱਤੇ on their outer wall pores present ਹੁੰਦੇ ਨੇ ਬੇਟੇ। ਔਰ 5000 ਤੋਂ ਵੀ ਵੱਧ ਸਪੀਸੀਜ਼ ਨੇ ਜਿਹੜੀਆਂ ਸਪੌਂਜਿਸ ਦੀਆਂ ਪਾਈਆਂ ਜਾਂਦੀਆਂ ਨੇ, ਲੇਕਿਨ ਅਸੀਂ ਕਾਮਨਲੀ ਇਹਨਾਂ ਨੂੰ ਦੇਖ ਨਹੀਂ ਪਾਉਂਦੇ। ਸਾਡੇ ਆਸ-ਪਾਸ ਜਿਹੜੇ ਨੇ ਇਹ ਨਹੀਂ ਹੁੰਦੇ ਕਿਉਂਕਿ ਇਹ ਮੈਰੀਨ ਆਰਗੇਨਿਜ਼ਮਸ ਨੇ, ਸਮੁੰਦਰ ਦੇ ਵਿੱਚ ਪਾਏ ਜਾਂਦੇ ਨੇ। ਇਹਨਾਂ ਦੇ ਵਿੱਚ ਸੈਲੂਲਰ ਲੈਵਲ ਆਫ ਆਰਗੇਨਾਈਜੇਸ਼ਨ ਹੈ, ਠੀਕ ਹੈ, ਔਰ ਅਸਿਮੈਟ੍ਰੀਕਲ ਬਾਡੀ ਹੈ। ਬਾਡੀ ਡਜ਼ਨਟ ਹੈਵ ਐਨੀ ਸਿਮੈਟਰੀ। ਤੁਸੀਂ ਕਿਸੇ ਵੀ ਪਲੇਨ ਤੋਂ ਅਗਰ ਉਹਨਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਨਾਂ ਦੇ ਕੋਈ ਵੀ ਇਕੁਅਲ ਹਾਫਸ ਨੇ ਜਿਹੜੇ ਨਹੀਂ ਮਿਲ ਸਕਦੇ। ਐਗਜ਼ਾਮਪਲ ਸਾਈਕੋਨ ਦੀ ਦੇ ਸਕਦੇ ਹਾਂ, ਯੂ ਪਲੈਕਟੈਲਾ ਦੀ ਦੇ ਸਕਦੇ ਹਾਂ, ਯੂ ਸਪੌਂਜੀਆ ਦੀ ਦੇ ਸਕਦੇ ਹਾਂ ਐਂਡ ਸਪੌਂਜੀਲਾ ਦੀ ਦੇ ਸਕਦੇ ਹਾਂ। ਸਪੌਂਜੀਲਾ ਹੈ ਬੇਟੇ, ਇਹ ਫਰੈਸ਼ ਵਾਟਰ ਸਪੌਂਜ ਹੈ। ਮੋਸਟਲੀ ਮੈਂ ਕਿਹਾ ਹੈ ਕਿ ਜਿਹੜੇ ਫਾਈਲਮ ਪੋਰੀਫੇਰਾ ਦੇ ਐਨੀਮਲਸ ਨੇ ਦੇ ਆਰ ਮੈਰੀਨ, ਬਟ ਵਨ ਫਰੈਸ਼ ਵਾਟਰ ਸਪੌਂਜ ਇਜ਼ ਸਪੌਂਜੀਲਾ। ਹੁਣ ਅਸੀਂ ਹੋਰ ਫਾਈਲਮ ਪੋਰੀਫੇਰਾ ਦੇ ਐਨੀਮਲਸ ਦੇ ਸਟਰਕਚਰ ਡਿਟੇਲਸ ਬਾਰੇ ਜਾਣਦੇ ਹਾਂ। ਜਿੰਨੇ ਵੀ ਐਨੀਮਲਸ ਨੇ ਅੰਡਰ ਫਾਈਲਮ ਪੋਰੀਫੇਰਾ, ਉਹਨਾਂ ਦੀ ਆਊਟਰ ਵਾਲ ਦੇ ਉੱਤੇ ਹਾਰਡ ਪ੍ਰੋਟੈਕਟਿਵ ਕਵਰਿੰਗ ਹੋਏਗੀ, ਠੀਕ ਹੈ, ਮੇਡ ਅਪ ਆਫ ਸਪਿਕਿਊਲਸ। ਅਗਰ ਉਹ ਜ਼ਿਆਦਾ ਹਾਰਡ ਨਹੀਂ ਹੈ ਤਾਂ ਫਿਰ ਉਹ ਸਪੌਂਜਿਨ ਫਾਈਬਰਸ ਦੀ ਕਵਰਿੰਗ ਹੋਏਗੀ। ਦੇ ਆਰ ਇਮੋਬਾਈਲ, ਉਹ ਮੂਵ ਨਹੀਂ ਕਰ ਸਕਦੇ। ਸਪੌਂਜਿਸ ਦੇ ਕਰੈਕਟਰਿਸਟਿਕ ਫੀਚਰ ਹੈ ਕਿ ਦੇ ਹੈਵ ਵਾਟਰ ਕੈਨਾਲ ਸਿਸਟਮ। ਤੁਸੀਂ ਇਹ ਐਨੀਮੇਸ਼ਨ ਦੇ ਵਿੱਚ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਪੋਰਸ ਦੇ ਵਿੱਚੋਂ ਐਂਟਰ ਕਰ ਰਿਹਾ ਹੈ ਔਰ ਫਿਰ ਇੱਕ ਜਿਹੜਾ ਬਿਗ ਹੋਲ ਹੈ ਉਸ ਤੋਂ ਬਾਹਰ ਨਿਕਲ ਰਿਹਾ, ਠੀਕ ਹੈ। ਸੋ ਵਾਟਰ ਕੈਨਾਲ ਸਿਸਟਮ ਨੂੰ ਸਮਝਣ ਵਾਸਤੇ ਅਸੀਂ ਡਾਇਗਰਾਮ ਡਰਾ ਕਰਦੇ ਹਾਂ। ਸਪੋਜ਼ ਦਿਸ ਇਜ਼ ਦ ਬੋਡੀ ਆਫ ਸਪੌਂਜ, ਠੀਕ ਹੈ। They are immobile, so they are attached to the substratum. They have pores on their body surface. These pores are called ostia. ਇਹਨਾਂ pores ਨੂੰ ਕੀ ਕਹਿੰਦੇ ਨੇ ਬੇਟੇ? These pores are called ostia. Water enter through these pores into the cavity of body, sponge body. That cavity is called spongocele and water goes out through osculum. ਇਹ ਤੁਸੀਂ ਦੇਖ ਰਹੇ ਹੋ ਜਿਹੜਾ ਬਿਗ ਹੋਲ ਜਿਹਦੇ ਚੋਂ ਗ੍ਰੀਨ ਕਲਰ ਦਾ ਵਾਟਰ ਬਾਹਰ ਨਿਕਲ ਰਿਹਾ, ਐਕਚੁਅਲ ਦੇ ਵਿੱਚ ਕਲਰ ਮਿਕਸ ਕੀਤਾ ਗਿਆ ਪਾਣੀ ਦੇ ਵਿੱਚ ਤਾਂ ਕਿ ਅੱਛੇ ਤਰੀਕੇ ਦੇ ਨਾਲ ਪਤਾ ਚੱਲ ਜਾਏ ਕਿ ਕਿਸ ਤਰ੍ਹਾਂ ਵਾਟਰ ਪੋਰਸ ਦੇ ਵਿੱਚੋਂ ਐਂਟਰ ਕਰ ਰਿਹਾ ਹੈ ਐਂਡ ਇਟ ਇਜ਼ ਕਮਿੰਗ ਆਊਟ ਥਰੂ osculum. Clear? So this is the water canal system which works through ostia and osculum. Next structural detail is, अगर असी vertical section कट के देखिए sponge body दा तो you can see this is the cavity. This is called spongocele. This cavity is lined by 2 layers of cell. That is why Porifera ਜਿਹੜਾ ਹੈ ਜਿੰਨੇ ਵੀ ਐਨੀਮਲਸ ਨੇ they are diploblastic. This is the outer layer and this is the inner layer. ਦੋ layers ਨੇ। Inner layer is lined by collar cells. These are the collar cells.
They are called choanocytes also. They line the inner layer of spongocyte. सो ਅਸੀਂ डिटेल ਦੇ ਵਿੱਚ anatomy ਦੇਖਦੇ ਹਾਂ ਇਸ ਦੀ, ठीक है। अगर ਅਸੀਂ ਇਸ पोर्शन ਦਾ enlarged view लेके देखिए तो you can see the various layers clearly. This is the outer layer made up of flat cells. It is called pinacoderm. This is the inner layer. This is made up of collar cells. This is called choanoderm. Clear? In the body wall, there are present pores through which water enter into the spongocoel. These pores are lined by special cells. They are called porocytes. You can see mesoglia between pinacoderm and choanoderm. This is the undifferentiated layer made up of undifferentiated cells called mesoglia. In the mesoglia, you will find amoebocytes. These are the amoebocytes. In the mesoglia, you will find spicules. Spicules are made by sclerocyte cells. So this is the detailed view of body wall. Each choanocyte bears a long flagella and a collar made up of microvilli. You can see collar-like structure. These are microvilli and this is the long flagella. So this is the anatomical view of body wall. Now you can understand easily how this water canal system, how the digestion occurs. Flagellated cells set water currents. ਜਦੋਂ flagella move ਕਰਨਗੇ, पानी pores ਦੇ through enter ਕਰੇਗਾ. In the cavity of sponge, water will enter through ostia. Collar cell filter small food particles. ਕੀ ਹੋਏਗਾ ਕਿ ਜਦੋਂ ਪਾਣੀ ਅੰਦਰ ਆਏਗਾ, ਇਹ food particles ਜਿਹੜੇ ਤੁਸੀਂ ਦੇਖ ਰਹੇ ਹੋ, collar cells ਨੇ ਇਹ food particles ਨੂੰ trap ਕਰ ਲੈਣਗੇ. Food particles will be engulfed by these amoebocytes. That is why digestion is intracellular. Distribution of food by amoeboid cells. Digestion is intracellular. ਜਿਹੜੇ amoeboid cells ਨੇ, they will distribute the food, they will digest the food, and then water goes out through the osculum. This is how the canal system works. Now, what about excretory system? Excretion through body surface, general body surface through diffusion excretion होएगी. Sponges are ammonotelic, they excrete ammonia. Respiration is also through body surface. They will absorb the oxygen present in the water. What about reproduction in porifera? Reproduction किस तरह होती है? Asexual reproduction भी होती है. Asexual reproduction is through budding. ਤੁਸੀਂ ਦੇਖ ਰਹੇ ਹੋ, small bud is appearing on the lower side of mature sperm and this bud continues to grow. ਜਦੋਂ ਇਹ ਪੂਰੀ ਤਰ੍ਹਾਂ grow ਹੋ ਜਾਂਦੀ ਹੈ, mature ਹੋ ਜਾਂਦੀ ਹੈ, then this bud may remain attached to the parent body and will start growing, or it will fall off and then ਇੱਕ ਨਵੇਂ sponge ਦੇ ਵਿੱਚ develop ਹੋਣਾ ਸ਼ੁਰੂ ਹੋ ਜਾਂਦੀ ਹੈ, ਇੱਕ ਨਵਾਂ sponge ਬਣ ਜਾਂਦਾ ਹੈ. This is budding. Asexual reproduction fission ਜਾਂ fragmentation ਨਾਲ ਵੀ ਹੁੰਦੀ ਹੈ. ਇਹ ਉਦੋਂ ਹੋਏਗੀ ਜਦੋਂ accidentally sponge ਦੀ body ਹੈ ਜਿਹੜੀ ਉਹ ਕਿਸੇ ਕਰਕੇ fragments ਦੇ ਵਿੱਚ ਕੱਟੀ ਗਈ ਹੈ. Then each fragment will give rise to a new sponge body. So these are the modes of asexual reproduction, by budding and by fragmentation. Porifera ਦੇ ਵਿੱਚ sponges ਦੇ ਵਿੱਚ sexual reproduction ਵੀ ਦੇਖਣ ਨੂੰ ਮਿਲਦੀ ਹੈ. They are hermaphrodite. Hermaphrodite ਦਾ ਮਤਲਬ both male and female organs are present on the same body. Formation of gametes ਹੁੰਦੀ ਹੈ, fusion of gametes ਹੁੰਦੀ ਹੈ, which are the characteristic feature of sexual reproduction. Now, let's come to the second phylum, Coelenterata. It is also called Cnidaria. Nowadays, this phylum is known by the name Cnidaria. What are the general characteristics of phylum Cnidaria or
Coelenterata. Firstly, they are marine. They can found in fresh water also. Fresh water ਦਾ ਜਦੋਂ ਵੀ ਅਸੀਂ coelenterate and fresh water ਦੀ ਗੱਲ ਕਰਾਂਗੇ, hydra is the example that is found in fresh water. They have tissue level of organization. ਹੁਣ ਜਿਵੇਂ ਜਿਵੇਂ ਫਾਈਲਾਂ ਅਸੀਂ ਅੱਗੇ ਪੜਾਂਗੇ ਉਹਨਾਂ ਦੀ ਕੰਪਲੈਕਸਿਟੀ ਹੈ ਜਿਹੜੀ ਉਹ ਇਨਕਰੀਜ਼ ਹੁੰਦੀ ਜਾਏਗੀ. They are diploblastic. Body is made up of two germ layers, ectoderm and endoderm. They are acoelomate. No coelom is found in coelenterate. They can be mobile or move भी कर सकते ने. They can be immobile also. ਅਸੀਂ ਦੇਖਾਂਗੇ ਦੋਨੋਂ forms. They may live in colony. ਉਹ ਕਲੋਨੀ ਦੇ ਵਿੱਚ ਵੀ ਰਹਿੰਦੇ ਨੇ. ਜਿਵੇਂ sea anemone ਦੀ example ਦੇ ਸਕਦੇ ਹੋ. Sea anemone will be always found in the seas in a colony. They can live in isolation. ਕੱਲੇ ਕੱਲੇ ਵੀ ਰਹਿੰਦੇ ਨੇ ਜਿਵੇਂ ਹਾਈਡਰਾ. ਠੀਕ ਹੈ. So these are the general characteristics of coelenterate and cnidaria. ਹੋਰ characters ਕੀ ਨੇ ਇਹਨਾਂ ਦੇ? They have gastrovascular cavity. You can see I enlarged the diagram. This is the gastrovascular cavity. Can you see? Okay. Digestion is intra as well as extracellular. They have incomplete digestive system because there is only one opening which serve as mouth and as well as anus. Excretion is also through body surface. They are also monotelic. Respiration is through body surface through the process of diffusion. Next. Now, but in cnidaria ਦੇ ਵਿੱਚ special types of cells on their inner surface as well as on the tentacles ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ nidoblast. Nidoblast ਦੇ ਅੰਦਰ stinging cells ਹੁੰਦੇ ਨੇ ਜਿਨ੍ਹਾਂ ਨੂੰ nematocyst ਕਿਹਾ ਜਾਂਦਾ ਹੈ. ਇਹ ਬੜੇ poisonous cell ਨੇ. ਇਹਨਾਂ ਦੇ ਵਿੱਚੋਂ poison ਨਿਕਲਦੀ ਹੈ. ਠੀਕ ਹੈ, ਜੋ ਕਿ ਇਹਨਾਂ ਨੂੰ prey ਨੂੰ kill ਕਰਨ ਦੇ ਕੰਮ ਆਉਂਦੀ ਹੈ. एनकरेज ਦੇ ਕੰਮ ਆਉਂਦੀ ਹੈ ਜਦੋਂ ਇਹਨਾਂ ਨੇ ਕਿਸੇ ਸਬਸਟ੍ਰੇਟਮ ਦੇ ਨਾਲ ਫਿਕਸ ਕਰਨਾ ਹੁੰਦਾ ਆਪਣੇ ਆਪ ਨੂੰ. ਤਾਂ ਥਰੂ ਥੀਸ ਟੈਂਟੀਕਲਸ, ਥਰੂ ਥੀਸ ਨਿਡੋਬਲਾਸਟ ਦੇ ਐਨਕਰੇਜ डिफेंस अपने आप ਨੂੰ ਬਚਾਉਣ ਦੇ ਕੰਮ ਆਉਂਦੀ ਹੈ and capturing the prey. This is the structure of a nidoblast. In the nidoblast are present nematocysts which are stinging cells. ਹੁਣ ਅਸੀਂ ਕਿਹਾ ਕਿ coelentrates ਦੀਆਂ ਦੋ ਫਾਰਮਸ ਦੇਖਣ ਨੂੰ ਮਿਲਦੀਆਂ ਨੇ. ਇੱਕੋ ਫਾਰਮ ਜਿਹੜੀ ਸਿਡੈਂਟਰੀ ਹੈ, ਜਿਹੜੀ ਕਿ ਸਬਸਟ੍ਰੇਟਮ ਦੇ ਨਾਲ ਅਟੈਚਡ ਰਹਿੰਦੀ ਹੈ. ਇਟ ਡਜ਼ਨਟ ਮੂਵ, ਲੇਕਿਨ ਕਦੇ ਜ਼ਰੂਰਤ ਪੈਂਦੀ ਹੈ ਤੇ ਮੂਵ ਵੀ ਕਰ ਸਕਦੇ ਨੇ. ਸਪੈਸ਼ਲ ਟਾਈਪ ਆਫ ਉਹ ਲੋਕੋਮੋਸ਼ਨ ਹੈ. ਠੀਕ ਹੈ. ਸੋ ਜਿਹੜੀ ਸਿਡੈਂਟਰੀ ਫਾਰਮ ਹੈ, ਜਿਹੜੀ ਮੂਵ ਨਹੀਂ ਕਰ ਸਕਦੀ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੋਲੀਪ. ਇਟ ਇਜ਼ ਸਿਲੈਂਡਰਿਕਲ ਇਨ ਸ਼ੇਪ. They have tentacles. दूसरी फॉर्म है वो है मेडुसा. अम्ब्रेला शेप है. मेडुसा फॉर्म है जिहड़ी coelenterate दी. It can move. It can swim in water. So दो forms ने. One is polyp that cannot move. Other is medusa that can move. Now reproduction in coelenterate. ਅਸੈਕਸੁਅਲ ਰਿਪਰੋਡਕਸ਼ਨ ਵੀ ਹੁੰਦੀ ਹੈ, ਸੈਕਸੁਅਲ ਰਿਪਰੋਡਕਸ਼ਨ ਵੀ ਹੁੰਦੀ ਹੈ. ਅਸੈਕਸੁਅਲ ਰਿਪਰੋਡਕਸ਼ਨ ਦੇ ਵਿੱਚ ਅਸੀਂ ਹਾਈਡਰਾ ਦੀ ਬਹੁਤ ਅੱਛੀ ਐਗਜ਼ਾਮਪਲ ਲੈ ਸਕਦੇ ਹਾਂ ਵਿਦ ਡਾਇਗਰਾਮ. ਬਰਡਿੰਗ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਕ ਆਊਟ ਗਰੋਥ ਅਪੀਅਰ ਹੋਈ ਹੈ ਆਊਟਰ ਸਰਫੇਸ ਤੋਂ. ਦਿਸ ਆਊਟ ਗਰੋਥ grows in size, it matures and then fall off from the parent body and grows into a new hydra. Clear? Fragmentation भी हो सकती है. When the body accidentally cuts into fragments, then each fragment can give rise to a new organism. Sexual reproduction भी देखने ਨੂੰ मिलती है coelenterata ਵਿੱਚ. Hydra ਦੀ अगर example ये hydra can be unisexual or bisexual both also. और बेटे ਇੱਥੇ metagenesis देखने ਨੂੰ मिलता है. Now what is metagenesis? Metagenesis ਦਾ ਮਤਲਬ ਕਿ ਇੱਕ polyp form ਜਿਹੜੀ move ਨਹੀਂ ਕਰ ਸਕਦੀ, that can give rise to a medusa form ਜਿਹੜੀ ਕਿ move ਕਰ ਸਕਦੀ ਹੈ. ਔਰ medusa form ਜਿਹੜੀ movement show ਕਰ ਸਕਦੀ ਹੈ ਉਹ sexually reproduce ਵੀ ਕਰ ਸਕਦੀ ਹੈ and it can
give rise to a polyp also. So alternation of generation है, एक जनरेशन ਦੇ ਵਿੱਚ polyp ਮੈਡੂਸਾ ਨੂੰ ਪ੍ਰੋਡਿਊਸ ਕਰ ਰਿਹਾ ਹੈ, ਮੈਡੂਸਾ ਸੈਕਸੁਅਲੀ ਰਿਪਰੋਡਿਊਸ ਕਰ ਰਹੀ ਹੈ, ਲੇਕਿਨ ਉਹ polyp form ਨੂੰ ਜਿਹੜਾ ਹੈ polyp form ਪੈਦਾ ਕਰ ਰਹੀ ਹੈ. So this is called metagenesis. So direct development is indirect. Indirect development ਕੀ ਹੁੰਦੀ ਹੈ ਕਿ ਜਦੋਂ ਜ਼ਾਈਗੋਟ ਤੋਂ ਲਾਰਵਾ ਬਣਦਾ ਹੈ, ਲਾਰਵਾ ਤੋਂ ਫਿਰ ਇੱਕ ਅਡਲਟ ਇੰਡੀਵਿਜੂਅਲ ਬਣਦਾ ਹੈ, ਫੁੱਲੀ ਡਿਵੈਲਪਡ ਇੰਡੀਵਿਜੂਅਲ. ਲਾਰਵਲ ਸਟੇਜ ਜਦੋਂ ਵਿੱਚ ਆ ਜਾਏ ਤਾਂ ਅਸੀਂ ਕਹਿੰਦੇ ਹਾਂ ਡਿਵੈਲਪਮੈਂਟ ਇਜ਼ indirect. Some important examples of coelenterate. All are marine forms except hydra, which is found in fresh water. This is jellyfish. This is sea anemone, ठीक है, which is sedentary. Sea pen, कितना beautiful organism है marine organism. जिस तरह ਪਹਿਲਾਂ ਅਸੀਂ ਦੇਖਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਪੈਨਸ ਹੁੰਦੇ ਸੀ, ਫੀਦਰਸ ਲੱਗੇ ਹੁੰਦੇ ਸੀ, ਉਸ ਟਾਈਪ ਦੀ ਅਪੀਅਰੈਂਸ ਹੈ. ਸੀ ਫੈਨ, ਜਿਵੇਂ ਇੱਕ ਫੈਨ ਹੁੰਦਾ ਉਸ ਟਾਈਪ ਦੀ ਅਪੀਅਰੈਂਸ ਹੈ. ਬ੍ਰੇਨ ਕੋਰਲ, ਐਗਜ਼ੈਕਟਲੀ ਹਿਊਮਨ ਬ੍ਰੇਨ ਦੀ ਤਰ੍ਹਾਂ ਸ਼ਕਲ ਹੈ, ਹਿਊਮਨ ਬ੍ਰੇਨ ਦੀ ਤਰ੍ਹਾਂ ਦਿੱਖ ਹੈ ਇਸਦੀ. ਸੋ ਇਹਦਾ ਨਾਮ ਹੈ ਬ੍ਰੇਨ ਕੋਰਲ. ਕੋਰਲ ਕੀ ਹੁੰਦੇ ਨੇ ਬੇਟੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ. ਕੁਝ ਸੀਲੈਂਟਰੇਟਸ ਦੇ ਵਿੱਚ ਐਗਜ਼ੋਸਕੈਲਟਨ ਦੇਖਣ ਨੂੰ ਮਿਲਦਾ ਹੈ, ਦੈਟ ਇਜ਼ ਕੰਸਿਸਟਿੰਗ ਆਫ ਕੈਲਸ਼ੀਅਮ ਕਾਰਬੋਨੇਟ. ਉਹਨਾਂ ਦੀ ਬਾਡੀ ਦੇ ਵਿੱਚੋਂ ਕੈਲਸ਼ੀਅਮ ਕਾਰਬੋਨੇਟ ਸਕ੍ਰੀਟ ਹੁੰਦਾ ਹੈ, ਉਹਦਾ ਐਗਜ਼ੋਸਕੈਲਟਨ ਬਣਦਾ ਹੈ. ਔਰ ਉਹਨਾਂ ਜਿਹੜੇ ਐਗਜ਼ੋਸਕੈਲਟਨ ਕਈ ਵਾਰੀ ਜਦੋਂ ਐਨੀਮਲਸ ਨੇ ਜਿਹੜੇ ਉਹ ਡੈਡ ਹੋ ਜਾਂਦੇ ਨੇ, ਬਟ ਐਗਜ਼ੋਸਕੈਲਟਨ ਰਿਮੇਨਸ ਐਜ਼ ਇਟ ਇਜ਼ ਔਨ ਦਾ ਬਾਟਮ ਆਫ ਸੀ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਕੋਰਲਸ. ਸੋ ਥੀਜ਼ ਆਰ ਦਾ ਬਿਊਟੀਫੁਲ ਕੋਰਲਸ ਆਫ ਡਿਫਰੈਂਟ ਕਲਰਸ. ਇਸੇ ਤਰ੍ਹਾਂ ਬੇਟੇ ਸੀ ਐਨੀਮੋਨ ਦੀ ਐਗਜ਼ਾਮਪਲ ਅਸੀਂ ਪਹਿਲਾਂ ਦੇਖੀ. ਇੱਕ ਬਹੁਤ ਹੀ ਇੰਪੋਰਟੈਂਟ ਐਗਜ਼ਾਮਪਲ ਹੈ ਸੀਲੈਂਟਰੇਟ ਦੀ, ਫਾਈਜ਼ੇਲੀਆ. ਇਟ ਇਜ਼ ਕਾਲਡ ਪੋਰਟੂਗੀਜ਼ ਮੈਨ ਆਫ ਵਾਰ. ਹੁਣ ਬੇਟੇ ਪੋਰਟੂਗੀਜ਼ ਮੈਨ ਆਫ ਵਾਰ ਕਿਉਂ ਕਹਿੰਦੇ ਨੇ? ਕਿਉਂਕਿ it appears suddenly, it appears in the sea, suddenly it disappears in the sea. ਉਧਰ ਜਿਵੇਂ ਨੇਵੀ ਸ਼ਿਪਸ ਹੁੰਦੇ ਨੇ ਪੋਰਟੂਗੀਜ਼ ਤੇ, ਕਦੇ ਅਪੀਅਰ ਹੁੰਦੇ ਨੇ ਸਮਾਨ ਲੈਣ ਵਾਸਤੇ, ਕਦੇ ਉਹ ਡਿਸਅਪੀਅਰ ਹੋ ਜਾਂਦੇ ਨੇ, ਦੂਰ ਚਲੇ ਜਾਂਦੇ ਨੇ. ਸੋ ਇਹ ਵੀ ਇਸੇ ਤਰ੍ਹਾਂ ਦੀ ਬਾਡੀ ਦੇ ਵਿੱਚ ਹਵਾ ਭਰੀ ਜਾਂਦੀ ਹੈ. ਜਦੋਂ ਹਵਾ ਫੁੱਲ ਹੋ ਜਾਂਦੀ ਹੈ ਤਾਂ ਇਹ ਸੀ ਸ਼ੋਰ ਦੇ ਉੱਤੇ ਦਿਖਣ ਲੱਗ ਜਾਂਦਾ ਹੈ, ਔਰ ਜਦੋਂ ਹਵਾ ਇਜੈਕਟ ਕਰ ਦਿੰਦਾ ਹੈ ਤਾਂ ਇਹ ਫਿਰ ਜਿਹੜਾ ਹੈ ਦਿਖਣਾ ਬੰਦ ਹੋ ਜਾਂਦਾ. ਬਟ ਇਟ ਇਜ਼ ਅ ਵੈਰੀ ਡੇਂਜਰਸ ਐਨੀਮਲ, ਕਿਉਂਕਿ ਇਹਦੇ ਵਿੱਚੋਂ ਬੇਟੇ ਬਹੁਤ ਜ਼ਿਆਦਾ ਇਹ ਪੋਇਜ਼ਨ ਛੱਡਦਾ, ਦੈਟ ਕੈਨ ਈਵਨ ਕਿਲ ਦਾ ਹਿਊਮਨ ਆਲਸੋ. ਨਿਊਰੋਟੌਕਸਿਕ ਕੈਮੀਕਲਸ ਨਿਕਲਦੇ ਨੇ ਇਹਦੀ ਬਾਡੀ ਵਿੱਚੋਂ. ਪੋਰਟੂਗੀਜ਼ ਮੈਨ ਆਫ ਵਾਰ. ਲਕਸ਼ਦੀਪ, ਹੁਣ ਬੇਟੇ ਤੁਸੀਂ ਕਹੋਗੇ ਕਿ ਫਾਈਲਮ ਸੀਲੈਂਟਰੇਟਾ ਦੇ ਵਿੱਚ ਲਕਸ਼ਦੀਪ ਇੱਕ ਹੀ ਚੀਜ਼ ਹੈ. This island is present in India and it is made up of coral reefs. ਹੁਣੇ ਮੈਂ ਤੁਹਾਨੂੰ ਦੱਸਿਆ corals ਕੀ ਨੇ. Corals, they are the exoskeleton found on the some coelenterate which is made up of calcium carbonate. ਜਦੋਂ ਮੈਰੀਨ ਆਰਗੇਨਿਜ਼ਮ ਮਰ ਜਾਂਦੇ ਨੇ ਇਕੱਠੇ, ਕਿਉਂਕਿ ਸਿਡੈਂਟਰੀ ਉਹਨਾਂ 'ਚ ਸੈਕਸੁਅਲ ਰਿਪਰੋਡਕਸ਼ਨ ਹੁੰਦੀ ਹੈ ਥਰੂ ਫਰੈਗਮੈਂਟੇਸ਼ਨ, ਠੀਕ ਹੈ. ਸੋ ਉਹ ਕੋਰਲਸ ਇਕੱਠੇ ਹੁੰਦੇ ਰਹਿੰਦੇ ਨੇ. ਐਗਜ਼ੋਸਕੈਲਟਨ ਹੈ ਜਿਹੜਾ ਉਹ ਜੰਮਦਾ ਰਹਿੰਦਾ ਹੈ, ਐਂਡ ਇਟ ਟੇਕਸ ਦਾ ਫਾਰਮ ਆਫ ਹਾਰਡ ਸਬਸਟੈਂਸ, ਹਾਰਡ ਬੈਡ ਲਾਈਕ ਸਟਰਕਚਰਸ ਔਨ ਦਾ ਬਾਟਮ ਆਫ ਸੀ. ਸੋ ਇਹ ਹੈ ਜਿਹੜਾ ਐਡਾ ਵੱਡਾ ਆਈਲੈਂਡ ਬਣ ਗਿਆ ਕੋਰਲ ਰੀਫਸ ਦਾ ਲਕਸ਼ਦੀਪ ਵਿੱਚ, ਠੀਕ ਹੈ. ਨਾਓ ਲੈਟਸ ਕਮ ਟੂ ਦਾ ਥਰਡ ਫਾਈਲਮ, ਟੈਨੋਫੇਰਾ. ਜਨਰਲ ਕਰੈਕਟਰਿਸਟਿਕਸ ਆਫ ਟੈਨੋਫੇਰਾ. Almost ਜਿਹੜੀ ਇਹਨਾਂ ਦੀ body structure ਹੈ similar to coelenterate. They are transparent jelly like organisms. ਇਹਨਾਂ ਨੂੰ sea walnut ਕਹਿੰਦੇ ਨੇ, ਕਿਉਂਕਿ ਅਸੀਂ ਅੱਗੇ ਜਾ ਕੇ ਦੇਖਾਂਗੇ ਇਹਨਾਂ ਦੀ shape ਹੈ ਜਿਹੜੀ walnut like ਹੈ. comb jelly ਵੀ ਕਹਿੰਦੇ ਨੇ. body surface bears comb like structures which bear cilias, ਠੀਕ ਹੈ. exclusively marine, ਇਹ ਤੁਹਾਨੂੰ ਬਿਲਕੁਲ ਸਮੁੰਦਰ 'ਚ ਮਿਲਣਗੇ. They are diploblastic organism ਜਿਹੜਾ ਹੈ 2 germ layers ਤੋਂ ਬਣਿਆ ਹੈ. रेडियल सिमेट्री है. सारे दे सारे जोड़े ऑर्गेनिजम्स ने ऑलमोस्ट रेडियल स्फेरिकल ने, सर्कुलर ने. एंड वन इंपॉर्टेंट फीचर ऑफ टीनोफोरा, दे शो बायोल्यूमिनेसेंस. उन्हों दी बॉडी दे विचों कुछ कैमिकल्स ने जोड़े कि लाइट छड़ते हैं. एस फिनोमिना नूं असीं की कहने बायोल्यूमिनेसेंस. इट इज़ द करैक्टरिस्टिक फीचर ऑफ
ਟੀਨੋਫੋਰਸ। ਤੁਸੀਂ ਦੇਖ ਰਹੇ ਹੋ ਵਿੱਚੋਂ ਕਿੰਨੀ ਪਿੰਕ ਕਲਰ ਦੀ ਬ੍ਰਾਈਟ ਰੈਡ ਲਾਈਟ ਨਿਕਲ ਰਹੀ ਹੈ। ਦਿਸ ਇਜ਼ ਬਾਇਓਲੂਮੀਨੈਸੈਂਸ। ਐਗਜ਼ਾਮਪਲਸ ਪਲੀਓਬ੍ਰੈਕੀਆ ਐਂਡ ਟੈਨੋਫੇਰਾ ਦੀ ਦੇ ਸਕਦੇ ਹਾਂ। ਦੇ ਆਰ ਕਾਲਡ ਕੌਮ ਜੈਲੀਜ਼। ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਤੁਸੀਂ ਦੇਖ ਰਹੇ ਹੋ these are the plates, these are the comb plates which bear cilia and they help in locomotion, they help in movement. What are the other characteristic feature of Ctenophora? Digestion. It is intra as well as extracellular. Cell ਦੇ ਅੰਦਰ ਵੀ ਹੋਏਗੀ, extra means cell ਦੇ ਬਾਹਰ ਵੀ ਹੋਏਗੀ. Sexes are not separate. Fertilization is external. Development is indirect. That means larval stage is found. Clear bete? So these are the important features of phylum Ctenophora. Now let's come to phylum Platyhelminthes. Platy means flat. They are flatworms. Clear? Key characters ne bete flatworms they are bilateral symmetrical. Bilateral means कि they can be divided into two equal halves when cut through their this vertical axis. They are triploblastic. Now they are triploblastic, more complex than the Ctenophora. They are acoelomate, कोई coelom नहीं है, and they have organ level of organization. क्लियर? ਹੁਣ ऑर्गन लेवल स्टार्ट हो गया. दे आर डोर्सो वेंटली, क्योंकि ਇਹਨਾਂ ਦੀ ਇੱਕ डोर्सल साइड है, एक वेंट्रल साइड है, फ्लैट है, ठीक है. दैट इज वाई दे आर कॉल्ड फ्लैट वॉर्म्स. सिफिलाइजेशन इज प्रेजेंट. सिफिलाइजेशन का की मतलब है कि जिन्ने भी सेंस ऑर्गन्स प्रेजेंट ने दे आर प्रेजेंट एट द एंटीरियर एंड. वी कैन से दे आर प्रेजेंट ऑन द हेड साइड, एंटीरियर साइड. दे कैन बी फ्री और पैरासिटिक. पैरासाइट भी ने और फ्री भी ने. टेपवॉर्म इज ए पैरासाइट. लिवर फ्लूक इज ए पैरासाइट ऑन इन ह्यूमन लिवर. टेपवॉर्म इन इंटेस्टाइन विच हुंदा है. प्लैनेरिया इज ए फ्री फॉर्म, सो दे कैन मूव, दे आर मोबाइल बिकॉज दे उन्होंने विच ऑर्गन लेवल ऑफ ऑर्गेनाइजेशन है, ठीक है. सो डाइजेस्टिव सिस्टम अगर असी प्लैनेरिया की एग्जाम्पल लीए तो दे हैव प्रॉपर डाइजेस्टिव ऑर्गन. दिस इज द mouth, this is the digestive tract. They have highly branched intestine. You can see these are the branches of intestine. Excretory organs, these are the excretory organs. They are called flame cells. Flame cells, the excretory organs of Platyhelminthes. They are a monotelic. Clear? They have nervous organs also. I am not saying nervous system because they have organ level of organization, but nervous organs are more organized. Cephalization hai. All the sensitive organs are present in the anterior end. Ladder like appearance hai नर्व्स दी, ठीक है. ਆਪਾਂ ਇਹਨੂੰ ਇਨਲਾਰਜ ਕਰਦੇ ਹਾਂ. ਯੂ ਕੈਨ ਸੀ ਦ ਗੈਂਗਲੀਆ. these are the two ganglias. What are ganglias? Group of nerve cells. They give appearance of brain. From the ganglia arises two long nerves, nerve cord, which are connected with the help of transverse nerves. So this gives the appearance of a ladder. Characteristic feature of Platyhelminthes. Eye spots are present, which are sensitive. They have some photoreceptors. They have photoreceptor. They are sensitive to light. Auricles present in the head, which are sensitive to touch. So ਤੁਸੀਂ ਦੇਖ ਰਹੇ ਹੋ ਸਾਰੇ sensitive organs, they are present in the anterior region of head. That is called cephalization. ਹੁਣ रिप्रोडक्शन की गल करते हैं प्लैटीहेलमिंथेसिस विच. प्लैटीहेलमिंथेसिस फ्लैटवर्म्स कैन बी यूनिसैक्सुअल, दे कैन बी बाइसैक्सुअल. फर्टिलाइजेशन इज इंटरनल. डेवलपमेंट इज इनडायरेक्ट थ्रू मैनी लार्वल स्टेजेस एंड दे आर कैपेबल ऑफ रीजनरेशन. वेरी इंपॉर्टेंट फीचर ऑफ फ्लैटवर्म्स कि अगर उन्होंने बॉडी का कोई पार्ट टुट जाए, कोई पार्ट कट्टिया जाए, उस पार्ट तो एक नवा जिहड़ा है फ्लैटवर्म बन जाता है. So this is all about our today's lecture.
Thank you.